ਉਹਨਾਂ ਦੀਆਂ ਕਬਰਾਂ ਵੀ ਚੇਤੇ ਆ ਜਾਂਦੀਆਂ। ਚੀਜ਼ ਆ ਮਾਂ ਵਰਗਾ ਪਿਆਰ ਦੁਨੀਆ ਤੇ ਹੋਰ। ਮੈਨੂੰ ਹੁਣ ਨਾ ਉਹਦਾ ਨਹੀਂ ਯਾਦ ਹੈਗਾ ਸਵਰਨ ਸਿਉਂ ਪਤਾ ਨਹੀਂ ਅੱਛਾ। ਉਹਨੇ ਮੇਰੇ ਅੱਬੇ ਨਾਲ ਪੱਗ ਬਟਾਈ। ਅੱਛਾ। ਸਾਰੇ ਫੁੱਲ ਦੀ ਟਰੰਕ ਹੁੰਦਾ ਸੀ, ਫੁੱਲ ਭਰਿਆ ਫੁੱਲ ਪਿਆ, ਚੰਗਾ ਸੋਨਾ ਭਰਿਆ ਭਰਿਆ ਟਰੰਕ ਭਰ ਕੇ ਦੇਤਾ ਹੈ ਉਹਨੂੰ ਫੜਾਤਾ। ਵੀ ਜੇ ਤਾਂ ਆ ਗਏ, ਜੇ ਆ ਗਏ ਸਾਡਾ ਉਹ ਕਹਿੰਦਾ ਜੀ ਤੁਹਾਡੀ ਅਮਾਨਤ। ਅਮਾਨਤ ਪਈ ਹੈ। ਕਿਆ ਬਾਤ ਜੀ ਸੱਜਣੋ ਦੇ ਮਿੱਤਰੋ ਦੇ ਬੇਲੀਓ। ਗੱਲ ਹੈ ਕਹਿੰਦਾ ਜੀ ਉਜੜ ਕੇ ਯਾਰ ਗਵਾਂਢੋਂ ਚੱਲੇ ਤੇ ਦਾਗ ਰਿਹਾ ਵਿੱਚ ਸੀਨੇ, ਜਿਨ੍ਹਾਂ ਵਜੋਂ ਇੱਕ ਪਲ ਨਹੀਂ ਸੀ ਲੰਘਦਾ ਅੱਜ ਗੁਜ਼ਰੇ ਸਾਲ ਮਹੀਨੇ, ਅੱਜ ਗੁਜ਼ਰੇ ਸਾਲ ਮਹੀਨੇ। ਜੀ ਮਿੱਤਰੋ ਪਿਛਲੇ ਬੀਤੇ ਹੋਏ ਸਮੇਂ ਦੀਆਂ ਗੱਲਾਂ ਤੁਹਾਡੇ ਨਾਲ ਜੁੜੇ ਆ ਪੰਜਾਬੀ ਵਿਰਸੇ ਦੇ ਵਿੱਚ। ਪੰਜਾਬੀ ਵਿਰਸਾ ਚੁੱਕੇ ਨਾ ਹੀ ਪੰਜਾਬੀ ਵਿਰਸਾ, ਇਹਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਵੀ ਕਰਿਆ ਕਰੋ, ਪਸੰਦ ਆਵੇ ਸ਼ੇਅਰ ਵੀ ਕਰਿਆ ਕਰੋ। ਤੇ ਇਹਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਬੀਤਿਆ ਹੋਇਆ ਸਮਾਂ ਬਹੁਤ ਬੀਤਿਆ, 80-90 ਸਾਲ ਦੇ ਜਿਹੜੇ ਸਮੇਂ ਬੀਤੇ ਹੋਏ ਉਹਨਾਂ ਦੀਆਂ ਯਾਦਾਂ ਤਾਜ਼ਾ ਕਰੀਦੀਆਂ ਇਹਦੇ ਵਿੱਚ। ਉਹ ਜਿਹੜੇ ਬਜ਼ੁਰਗ ਪਿੱਛੋਂ ਇੰਡੀਆ ਤੋਂ ਆਏ ਆ, ਹਿੰਦੁਸਤਾਨ ਤੋਂ, ਉਹਨਾਂ ਕੋਲ ਪੁੱਛੀਦਾ ਕਿ ਕਿਹੜੇ ਕਿਹੜੇ ਮੁਸੀਬਤਾਂ ਮੁਸ਼ਕਲਾਂ, ਕਿਹੜੀ ਕਿਹੜੀ ਕਿਆਮਤ ਤੁਸੀਂ ਦੇਖੀ ਆ ਉਸ ਵਕਤ, ਕਿੱਥੋਂ ਕਿੱਥੋਂ ਲੰਘ ਕੇ ਤੁਸੀਂ ਆਏ ਆ। ਤੇ ਅੱਜ ਸਾਡੇ ਨਾਲ ਬਜ਼ੁਰਗ ਨੇ ਸਾਡੇ, ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਨਾਲ ਜੁੜਦੇ ਆ ਪੰਜਾਬੀ ਵਿਰਸੇ ਵਿੱਚ। ਅਸਲਾਮ ਵਾਲੇਕੁਮ ਜੀ। ਕੀ ਹਾਲ ਹੈ ਜਨਾਬ, ਠੀਕ ਠਾਕ ਹੋ ਜੀ? ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਸੂਬਾ। ਸੂਬਾ, ਸੂਬੇ ਖਾਂ ਨਾਂ ਜੀ। ਕੌਮ ਹੈਗੀ ਗੁੱਜਰ। ਔਰ ਅਸੀਂ ਤੁਹਾਡੇ ਨਾਲ ਇਸ ਕਰਕੇ ਅੱਜ ਗੱਲਬਾਤ ਸਾਂਝੀ ਕਰਨੀ ਆ ਕਿਉਂਕਿ ਤੁਸੀਂ ਇੰਡੀਆ ਤੋਂ ਹਿਜਰਤ ਕਰਕੇ ਇੱਥੇ ਆਏ ਆ ਤੇ ਉਹਦੇ ਨਾਲ ਤੁਹਾਡਾ ਸਿਲਸਿਲਾ ਇਹ ਆ ਵੀ ਪੁੱਛਣਾ ਦੱਸਣਾ ਹੁੰਦਾ ਅਸੀਂ ਕਿ ਕਿੱਥੋਂ ਆਏ ਆ, ਕਿੱਥੋਂ ਨਹੀਂ ਆਏ, ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਆਪਾਂ ਰਹੇ ਆ, ਕਿਹੜੇ ਕਿਹੜੀਆਂ ਮੁਸੀਬਤਾਂ ਨਾਲ ਆਪਾਂ ਇੱਥੇ ਆਏ ਆ। ਆਪਣਾ ਕਿਹੜਾ ਪਿੰਡ ਸੀ ਪਿੱਛੇ ਪਿੱਛੇ ਜਿੱਥੇ ਆਏ ਇੰਡੀਆ 'ਚ? ਇੰਡੀਆ ਜੀ ਸਾਡਾ ਰਾਏ ਦੋਦਰ। ਰਾਏ ਦੋਦਰ ਪਿੰਡ ਸੀਗਾ। ਔਰ ਜ਼ਿਲ੍ਹਾ? ਜ਼ਿਲ੍ਹਾ ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ਸੀ ਤੁਹਾਡਾ, ਬਿਲਕੁਲ ਠੀਕ ਆ ਜੀ। ਜ਼ਿਲ੍ਹਾ ਫਿਰੋਜ਼ਪੁਰ ਸੀ ਤੇ ਪਿੰਡ ਦਾ ਨਾਂ ਵੀ ਸੁਣ ਲਿਆ। ਤੁਸੀਂ ਕਿੱਡੇ ਕੁ ਸੀ ਉਦੋਂ ਜਦੋਂ ਅਜਾੜੇ ਪਏ? 5 ਸਾਲ ਦੇ ਸੀ। 5-6 ਸਾਲ ਦੇ। ਯਾਨੀ ਸੁਰਤ ਸੀਗੀ ਤੁਹਾਨੂੰ? ਹੋਸ਼ ਸੀਗੀ। ਹੋਸ਼ ਸੀਗੀ, ਠੀਕ ਹੋ ਗਿਆ ਬਿਲਕੁਲ। ਅੱਛਾ, ਆਪਣੇ ਬਜ਼ੁਰਗਾਂ ਦਾ ਕੀ ਨਾਂ ਸੀ? ਵਾਲਸ ਮੁਹੰਮਦ ਬੂਟਾ। ਮੁਹੰਮਦ ਬੂਟਾ। ਦਾਦਾ ਜੀ ਦਾ ਕੀ ਨਾਂ ਸੀ? ਦਾਦਾ ਉਮਰ ਬਖਸ਼। ਉਮਰ ਬਖਸ਼। ਅੱਛਾ, ਉੱਥੇ ਜ਼ਿਮੀਂਦਾਰਾ ਕਰਦੇ ਸੀ ਜਾਂ ਫਿਰ ਕੋਈ ਹੋਰ? ਬਾਪ ਮੇਰਾ ਜਿਹੜਾ ਸੀ ਉਹ ਉਹਦੀ ਭਰਤੀ ਹੋ ਗਿਆ ਸੀਗਾ। ਅੱਛਾ, ਕਾਹਦੇ 'ਚ? ਫੌਜ ਦਾ। ਫੌਜ 'ਚ ਭਰਤੀ ਹੋ ਗਏ, ਠੀਕ ਆ। ਵਾਲਾ ਸਾਹਿਬ ਤੁਹਾਡੇ ਮੁਹੰਮਦ ਬੂਟਾ। ਅੱਛਾ ਅੱਛਾ ਅੱਛਾ। ਫਿਰ ਦਾਦਾ ਜ਼ਿਮੀਂਦਾਰਾ ਕਰਦਾ ਹੋਊ ਉੱਥੇ? ਜ਼ਿਮੀਂਦਾਰਾ ਕਰਦਾ ਸੀ, ਕੋਈ ਸਿਆੜ ਸੀਗੇ। ਠੀਕ ਆ ਠੀਕ ਆ। ਕਿਹੜੀ ਕਿਹੜੀ ਫਸਲ ਉੱਥੇ ਹੁੰਦੀ ਸੀ? ਸਾਰੀਆਂ ਫਸਲਾਂ ਹੁੰਦੀਆਂ ਸੀ, ਕਮਾਦ, ਮੱਕੀ ਆ, ਕਣਕ ਤਾਂ ਹੁੰਦੀ ਸੀ। ਕਣਕ ਤਾਂ ਚਲੋ ਜੀ ਤੇ ਸਾਰੀਆਂ ਫਸਲਾਂ ਹੁੰਦੀਆਂ। ਉਸ ਵਕਤ ਪਾਣੀ ਕਿੱਦਾਂ ਲਾਉਂਦੇ ਹੁੰਦੇ ਸੀ? ਪਾਣੀ ਨਹਿਰਾਂ ਤਾਂ ਹੈ ਨਹੀਂ ਸੀ ਉੱਥੇ? ਖੂਹ ਸੀਗੇ। ਖੂਹ। ਅੱਛਾ ਅੱਛਾ। ਟਿੰਡਾਂ ਵਾਲੇ ਖੂਹ ਹੈ? ਟਿੰਡਾਂ ਵਾਲੇ ਖੂਹ ਚੱਲਦੇ ਸੀ। ਉਹ ਬੌਲਦ ਜੋੜਦੇ ਸੀ ਜਾਂ ਕਈ ਬੋਤਾ ਵੀ ਜੋੜ ਲੈਂਦੇ ਸੀ? ਬੋਤੇ ਨਾਲੇ ਬੌਲਦਾਂ ਵਾਲੇ। ਹਾਂ। ਉਹਦੇ ਨਾਲ ਟਿੰਡਾ ਪਾਣੀ ਲਿਆਉਂਦੀਆਂ ਸੀ। ਟਿੰਡਾ ਪਾਣੀ ਲਿਆਉਂਦੀਆਂ ਸੀ ਤੇ ਫਸਲ ਬੀਜਦੇ ਹੁੰਦੇ ਸੀ। ਹਾਂਜੀ। ਅੱਛਾ, ਜਦੋਂ ਫਿਰ ਇਹ ਅਜਾੜੇ ਦਾ ਵਕਤ ਆ ਗਿਆ, ਤੁਸੀਂ ਉਧਰੋਂ ਮਤਲਬ ਤੁਹਾਨੂੰ ਪਤਾ ਲੱਗਿਆ, ਕਿਸ ਤਰ੍ਹਾਂ ਪਤਾ ਲੱਗਿਆ ਵੀ ਹੁਣ ਇੱਥੋਂ ਛੱਡ ਕੇ ਚਲੇ ਜਾਣਾ ਹੈ? ਹਾਂਜੀ। ਕਿਸੇ ਨੇ ਦੱਸਿਆ ਉੱਥੇ? ਫਿਰ ਦੱਸਿਆ ਉੱਥੇ ਵੀ ਇੱਥੋਂ ਨਿਕਲ ਜਾਓ। ਵੀ ਮੁਸਲਮਾਨਾਂ ਦੇ ਵੀ ਘਰ ਸੀਗੇ ਉਸ ਪਿੰਡ ਦੇ ਵਿੱਚ ਬਥੇਰੇ। ਅੱਛਾ। ਜਲਾਏ, ਤੇਲੀ ਤੇ ਹੋਰ ਗੁੱਜਰ ਵੀ ਬਥੇਰੇ ਸੀ। ਸਰਦਾਰ ਵੀ ਰਹਿੰਦੇ ਸੀ? ਸਰਦਾਰ ਵੀ, ਸਰਦਾਰਾਂ ਦਾ ਜ਼ੋਰ ਸੀ। ਅੱਛਾ ਅੱਛਾ ਅੱਛਾ। ਉਹ ਕਾਫੀ ਸੀ ਜੀ। ਉਹ ਜਿਹੜਾ ਸੀ ਨਾ, ਮੈਨੂੰ ਹੁਣ ਨਾ ਉਹਦਾ ਨਹੀਂ ਯਾਦ ਹੈਗਾ ਸਵਰਨ ਸਿਉਂ ਪਤਾ ਨਹੀਂ। ਅੱਛਾ। ਉਹਨੇ ਮੇਰੇ ਅੱਬੇ ਨਾਲ ਪੱਗ ਬਟਾਈ। ਅੱਛਾ ਅੱਛਾ। ਸਰਦਾਰ ਨੇ? ਸਰਦਾਰ ਬੜੀ ਲਾਜ ਰੱਖਦੇ ਸੀ। ਵਾਹ ਬਈ ਵਾਹ ਜੀ। ਉਹਦੇ ਕੋਲੇ ਗੱਲ ਕੀਤੀ ਗਈ, ਅੱਬੇ ਨੇ ਕੀਤੀ ਵੀ ਯਾਰ ਆ ਗਦਰ ਪੈ ਗਿਆ। ਉਹ ਕਹਿੰਦਾ ਜੀ ਕੋਈ ਗੱਲ ਨਹੀਂ, ਤੁਸੀਂ ਆਪਣੇ ਬੱਚੇ ਕਿੱਥੇ ਭੇਜਣੇ ਚਾਹੁੰਦੇ ਆ? ਉਹ ਕਹਿੰਦਾ ਜੀ ਨੂਰਪੁਰ ਬੁਰਜ ਤੇ ਰਹਿ ਕੀ ਤਲਵੰਡੀ ਹੈ ਵੀ। ਉਹ ਰਾਜਪੂਤ ਸੀ। ਤਲਵੰਡੀ ਦੇ ਰਾਜਪੂਤ ਬੜੇ ਮਸ਼ਹੂਰ ਸੀਗੇ ਉਦੋਂ, ਬੜੇ। ਤਲਵੰਡੀ ਦੇ ਰਾਜਪੂਤਾਂ ਦੀ ਬੜੀ ਜ਼ਬਰਦਸਤ ਸੀ ਸ਼ੈ ਸੀ ਉਹ। ਅੱਛਾ। ਕੋਈ ਗੱਲ ਨਹੀਂ ਛੋਟੇ ਭਾਈ ਮੇਰੇ ਅੱਬੇ ਨੂੰ ਕਹਿਣ ਲੱਗੇ ਵੀ ਛੋਟੇ ਭਾਈ ਕੋਈ ਨਾ, ਮੈਂ ਵੀ ਜਾਊਂ।
ਵਾਹ ਬਈ ਵਾਹ। ਉਹ ਜਿਹਨੇ ਸਰਦਾਰ ਨੇ ਪੱਗ ਬਟਾਈ ਸੀ ਉਹ ਕਹਿੰਦਾ ਉਹਨਾਂ ਨੇ ਤੁਹਾਨੂੰ ਕਿਹਾ ਵੀ ਅਸੀਂ ਤੁਹਾਨੂੰ ਬਾਫਾਜ ਤੇ ਛੱਡ ਕੇ ਆਵਾਂਗੇ। ਆਪਣੇ ਮੈਂ ਬੱਚਿਆਂ ਨੂੰ ਭਤੀਜਿਆਂ ਨੂੰ ਵਾਹ ਉਹਨੇ ਬਈ ਕਿਹਾ, ਵਾਹ ਬਈ ਮੈਂ ਛੱਡ ਕੇ ਆਉਂਗਾ। ਵਾਹ ਜੀ ਵਾਹ, ਉਹਨੇ ਕਿਆ ਕਿਹਾ ਬਾਤ। ਸ਼ਾਇਦ ਤੈਨੂੰ ਨਾ ਭਾਈ ਕੋਈ ਖਤਰਾ ਹੋਵੇ। ਖਤਰਾ ਹੋਵੇ, ਠੀਕ ਉਹ ਕਹਿੰਦਾ ਨਹੀਂ, ਮੈਂ ਤਾਂ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਨਾਲ ਮੈਂ ਦਲੇਰ ਇੰਨਾ ਵੀ ਜਿੱਥੇ ਬੈਠੇ ਹੋਣਗੇ ਨਾ, ਜਿੱਥੇ ਕੋਈ ਇਹਨਾਂ ਦਾ ਕਾਫਲਾ ਹੋਊਗਾ ਹਾਂ, ਬੈਠਾ, ਹੂੰ। ਉੱਥੇ ਛੱਡ ਕੇ ਆਉਂ। ਵਾਹ ਬਈ ਵਾਹ। ਤੇ ਨਹੀਂ ਹੈ ਕਿ ਤੁਸੀਂ ਨੂਰਪੁਰ ਛੱਡ ਕੇ ਆਉਣਾ। ਠੀਕ। ਸਾਨੂੰ ਕਿਹਾ ਠੀਕ ਹੈ ਜੀ, ਹਾਂ ਹੋ ਗਿਆ। ਹਾਂ ਮੇਰੇ ਬੱਚੇ, ਮੇਰੀ ਭੈਣ ਹੈ, ਮੇਰੀ ਉਹ ਆ ਜੇ ਬਹੁਤ ਸਾਰੀਆਂ ਉਹਨੇ ਗੱਲਾਂ ਕੀਤੀਆਂ ਠੀਕ ਠੀਕ। ਪੰਜਾਬੀ ਚ। ਹੂੰ ਠੀਕ ਹੈ ਜੀ। ਉੱਥੋਂ ਜੀ ਉਹਨੇ ਕਿਹਾ ਸੁਬਾਹ ਜੀ ਇਨਸ਼ਾਅੱਲਾ ਤਾਲਾ ਹੂੰ ਉਹਨੇ ਆਪਣੀ ਡਾਚੀ ਹੂੰ ਤੇ ਸਾਨੂੰ ਬਿਠਾਇਆ, ਮੈਂ, ਮੇਰੀ ਅੰਮੀ, ਦੋ ਮੇਰੀਆਂ ਭੈਣਾਂ ਸੀ ਹੂੰ ਤੇ ਚੱਲ ਪਏ ਜੀ ਉੱਥੇ। ਹੂੰ ਉਹ ਜਿੱਥੇ ਕੋਈ ਇਹਨਾਂ ਦਾ ਕਾਫਲਾ ਸੀ ਇਸ, ਠੀਕ ਆ। ਜਦ ਮਤਲਬ ਉਹ ਲੁੱਟਣ ਪੁੱਟਣ ਵਾਲੇ ਜਿਹੜੇ ਸ਼ਰ ਪਸੰਦ ਸੀਗੇ। ਹਾਂ, ਉਹਨਾਂ ਦੇ ਸਾਹਮਣੇ ਹੀ ਜਾਇਆ। ਅੰਮੀ ਮੇਰੀ ਕਹਿਣ ਲੱਗੀ, ਹੂੰ ਕਹਿੰਦੀ ਇਹ ਤਾਂ ਪਤਾ ਹੀ ਮਰਵਾਊਗਾ ਹੀ। ਹੂੰ ਹੂੰ ਤੇ ਉਹ ਜਦੋਂ ਕੋਲ ਦੀ ਇਸ ਤਰ੍ਹਾਂ ਲੰਘੇ, ਉਹ ਇੱਕ ਕਹਿੰਦਾ ਗੁਜਰੀ ਹੈ, ਗੁਜਰ ਕੌਮ ਹੂੰ ਆ ਵੀ ਮੁਸਲਮਾਨ ਨੇ ਇਹ। ਮੁਸਲਮਾਨ ਹੈ। ਠੀਕ ਆ। ਉਹ ਫਰਾਵੇ ਤੋਂ ਦੇਖ ਲੈਂਦੇ ਆ ਨਾ ਹਾਂ, ਕਿ ਉਹ ਉਸ ਇਲਾਕੇ ਦਾ ਉਹ ਘੱਗਰੇ ਪਾਏ ਹੁੰਦੇ ਸੀ ਉਦੋਂ, ਲੰਮੀਆਂ ਕਾਂਟੇ, ਉਹ ਬਾਲੀਆਂ ਉਹ ਕੌਣ ਤਾਂ ਮਾਈਆਂ ਨੇ ਉਹ ਪਾਏ। ਹਾਂ, ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹ ਗੁੱਜਰ ਨੇ ਤੇ ਮੁਸਲਮਾਨ ਨੇ। ਮੁਸਲਮਾਨ ਠੀਕ ਆ। ਜਾ ਕੇ ਬਰਾਬਰ ਰੱਖ ਜੋ ਘੋੜੀ ਜਾਂ ਡਾਚੀ ਸੀ, ਹਾਂ ਉਹਨੇ ਰੋਕ। ਹਾਂ ਮੇਰੀ ਅੰਮੀ ਕਹਿੰਦੀ ਹੂੰ ਬੱਚਾ ਮਰਵਾ। ਉਹ ਕਹਿੰਦਾ ਬਾਜੀ, ਬੀਬੀ, ਭੈਣ, ਹਾਂ ਆਏ ਹਾਏ ਖੁਸ਼, ਬਿਲਕੁਲ ਆਰਾਮ ਨਾਲ ਬੈਠੋ, ਆਰਾਮ ਨਾਲ ਬੈਠੋ ਤੁਸੀਂ, ਕੋਈ ਖਤਰਾ ਨਹੀਂ ਮੇਰੇ। ਕੋਈ ਖਤਰਾ ਨਹੀਂ। ਵਾਹ ਬਈ ਵਾਹ, ਵਾਹ ਬਈ ਵਾਹ। ਮੈਂ ਤੇਰਾ ਭਾਈ, ਹਾਂ ਭਾਈਆਂ ਤੇਰਾ, ਭਾਈ ਹੈ ਤੇਰਾ। ਉਹ ਬੋਲਿਆ ਭਾਈ। ਆ ਮੇਰੇ ਬੱਚੇ ਆ, ਵਾਹ ਬਈ ਮੇਰੇ ਭਤੀਜੇ ਆ। ਬੁੜੀਆਂ ਜੀ ਉਹਨੇ ਗੱਲਾਂ ਸਾਡੀ ਸਮਝ ਆਉਂਦੀਆਂ ਸੀ ਵੀ ਇਹ ਕਿਹੜਾ ਪਸ਼ਤੋ ਬੋਲਦਾ ਸੀ। ਆਹੋ ਪੰਜਾਬੀ ਆਪਣੇ ਵਾਲੀ ਪੰਜਾਬੀ ਸਿੱਧੀ ਆਪਣੀ ਸਿੱਧੀ ਗੱਲ। ਸਿੱਧੀ ਸਾਦੀ ਸੀ। ਹੂੰ ਉੱਥੋਂ ਖੈਰ ਜੀ ਹੂੰ ਉਹਨੇ ਉਹਨਾਂ ਨੂੰ ਕੀਤੀ ਸਤਿ ਸ੍ਰੀ ਅਕਾਲ। ਠੀਕ ਆ। ਉਹ ਕਹਿੰਦੇ ਜਾ ਸਕਦੇ ਆ ਜੀ। ਵਾਹ ਜੀ ਵਾਹ। ਆਹੋ ਉਹਨਾਂ ਨੂੰ ਸਰਦਾਰ ਨੇ ਕੀ ਕਹਿਣਾ ਸਰਦਾਰ ਹੁੰਦਾ? ਨੂੰ ਸਰਦਾਰ ਨੇ ਕੀ ਕਹਿਣਾ ਸੀ। ਬਿਲਕੁਲ। ਉਹ ਜੀ ਚੱਲ ਪਿਆ ਉੱਥੋਂ ਅੱਛਾ ਅੱਗੇ। ਪਤਾ ਨਹੀਂ ਕਿਹੜਾ ਆਇਆ ਸੀਗਾ, ਤੁਸੀਂ ਵੀ ਲੋਕਵਾਂ ਦਿੰਦੇ ਰਹੇ ਆ ਘਰ। ਹਾਂਜੀ ਹਾਂਜੀ ਹਾਂਜੀ। ਉਹ ਕੈਂਪ ਆ ਗਿਆ ਫਿਰ, ਕੈਂਪ ਆ ਗਿਆ। ਕੈਂਪ 'ਚ ਛੱਡਿਆ। ਉੱਥੇ ਸਾਨੂੰ ਮੇਰੇ ਮਾਮੇ ਸੀਗੇ, ਉਹ ਨਾਨਕੇ ਮਿਲ ਗਏ ਉੱਥੇ। ਨਾਨਕੇ ਮਿਲ ਗਏ। ਬੜੀ ਉਹਨੇ ਖੁਸ਼ੀ ਕੀਤੀ ਉਹਨਾਂ ਨੇ। ਤੇ ਉਹਨਾਂ ਨੇ ਕਿਹਾ ਸਰਦਾਰ ਜੀ ਬੜੀ ਖੁਸ਼ੀ ਨਾਲ, ਬੜੀ ਮਿਹਰਬਾਨੀ ਤੁਹਾਡੀ, ਬੜੇ ਹੱਥ ਜੋੜੇ ਅੱਗੇ ਹੈ ਜੀ। ਹੱਥ ਬੰਨੇ ਇਹ ਵੀ ਅਸੀਂ ਸਾਡੇ ਹੁਣ ਇੱਥੋਂ ਕੁਝ ਕਰ ਤਾਂ ਨਹੀਂ ਸਕਦੇ ਤੁਹਾਡੇ ਨਾਲ, ਹਾਂ 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 ਤੇ ਤੁਹਾਡੀ ਬੜੀ ਬੜੀ, ਮਿਹਰਬਾਨੀ। ਉਹਨਾਂ ਨੇ ਹਾਂ। ਸਤਿ ਸ੍ਰੀ ਅਕਾਲ ਕੀਤੀ, ਬਿਲਕੁਲ ਬਿਲਕੁਲ। ਜਿਵੇਂ ਉਹ ਬੋਲੀ ਸੀ ਉਹਨਾਂ ਦੀ ਪੰਜਾਬੀ। ਆਹੋ ਬਿਲਕੁਲ ਬਿਲਕੁਲ। ਉੱਥੋਂ ਸ਼ੁਕਰੀਆ ਅਦਾ ਕੀਤਾ। ਸ਼ੁਕਰੀਆ ਅਦਾ ਕੀਤਾ। ਹਾਂ ਸਰ ਜੀ ਉੱਥੋਂ ਮਾਸ਼ਾਅੱਲਾ ਅੱਗੇ ਆਪਾਂ ਕਾਫਲੇ ਨਾਲ ਤੁਰ ਪਏ। ਤੁਰ ਪਏ। ਹਾਂ ਯਾਨੀ ਗੱਡੀ 'ਚ ਨਹੀਂ ਬੈਠੇ, ਨਹੀਂ, ਉਹ ਜਿਹੜੇ ਕਾਫਲੇ ਪਾਕਿਸਤਾਨ ਨੂੰ ਆ ਰਹੇ ਸੀ ਉਹਨਾਂ ਨਾਲ ਉਹਨਾਂ ਦੇ ਨਾਲ ਤੁਰੇ ਜੀ ਪੈਦਲ। ਤੁਰ ਪਏ। ਠੀਕ। ਬਾਹਰ ਬੱਚੇ ਬੁੱਚੇ ਜਿਹੜੇ ਐਡੇ ਐਡੇ ਸੀ, ਉਹ ਮਾਵਾਂ ਨੇ ਅਸੀਂ ਆਪਣੀਆਂ ਨਜ਼ਰਾਂ ਨਾਲ ਦੇਖਿਆ ਹਾਏ ਵੀ ਹਾਏ। ਖਤਾਨਾ ਹਾਏ ਸਿੱਟੇ ਹੋਏ। ਹਾਏ ਹਾਏ। ਐਡੇ ਐਡੇ ਜਿਹੜੇ ਨਹੀਂ ਸੀ ਤੁਰ ਸਕਦੀਆਂ, ਮਾਵਾਂ ਨੂੰ ਆਪਣੀ ਜਾਨ ਨਾਲ ਜਾਨ ਪਿਆਰੀ ਸੀ। ਜਾਨ ਪਿਆਰੀ ਸੀ। ਬੱਚੇ ਸਿੱਟ ਤੇ। ਬੱਚੇ ਸਿੱਟ ਤੇ। ਉਹ ਵਕਤ ਐਸਾ ਸੀ ਵੀ ਮਾਂ ਦੇ ਸਾਹਮਣੇ ਪੁੱਤ ਨੂੰ ਮਾਰਿਆ, ਪੁੱਤ ਦੇ ਸਾਹਮਣੇ ਮਾਂ ਮਾਰੀ, ਵਾਹ। ਬੱਚੀਆਂ ਫੜ ਲੀਆਂ, ਕਈਆਂ ਨੇ ਖੂਹਾਂ 'ਚ ਛਾਲਾ ਮਾਰ। ਜਵਾਨਾਂ ਸਾਡੀਆਂ ਕੁੜੀਆਂ ਜਿਹੜੀਆਂ ਸੀ ਉਹ ਰੱਖਦੀਆਂ ਸੀ ਸਾਡੇ ਰਿਸ਼ਤੇਦਾਰਾਂ ਦੀਆਂ। ਅੱਛਾ 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 ਅੱਛਾ। ਉਹ ਫਿਰ ਉਹ ਫੌਜ ਸੀਗਾ, ਉਹ ਫਿਰ ਬਾਅਦ ਦੇ ਵਿੱਚ ਲੈ ਕੇ ਆਇਆ ਸੀ ਉੱਥੋਂ। ਉਹ ਸਾਂਗਲੇ ਰਹਿੰਦੇ ਸੀ। ਅੱਛਾ ਅੱਛਾ। ਇੱਥੋਂ ਜਾ ਕੇ ਫਿਰ ਬਾਅਦ 'ਚ ਲਿਆਏ। ਉਹ ਫੌਜੀ ਸੀ। ਅੱਛਾ ਠੀਕ ਆ। ਉਹ ਫੌਜੀ ਸੀ। ਫਿਰ ਜੀ ਖੈਰ ਉੱਥੋਂ ਅਸੀਂ ਫਿਰ ਕਾਫਲਾ ਚੱਲ ਪਿਆ, ਤੁਰ ਪਏ। ਤੇ ਮੇਰੇ ਮਾਮੂ ਨੂੰ ਜਾਨ ਨੂੰ ਅੱਲਾਹ ਤਾਲਾ ਉਹਨੂੰ ਬੜੀ ਅੱਛੀ ਜਗ੍ਹਾ ਦਊਗਾ। ਆਮੀਨ। ਉਹਨੇ ਇੱਕ ਤਾਂਗਾ ਕੋਈ ਘੋੜੀ ਕੱਢ ਕੇ ਲੈ ਗਿਆ। ਤਾਂਗਾ ਉੱਥੇ ਖਤਾਨਾ 'ਚ ਪਿਆ। ਤਾਨਾ 'ਚ ਪਿਆ। ਠੀਕ ਆ। ਉਹ ਕਹਿੰਦਾ ਲੈ ਵੀ ਠਹਿਰਿਓ 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 ਦੋਨੋਂ, ਮੇਰੇ ਆ ਬੱਚੇ ਨਿੱਕੇ ਨਿੱਕੇ ਐ, ਤੇ ਕੋਈ ਖਾਣ ਪੀਣ ਵਾਲਾ ਵੀ ਸ਼ੈ ਮੈਂ ਲਿਆਇਆ ਉੱਥੋਂ ਪਿੰਡੋਂ। ਠੀਕ ਆ ਦੂਰ ਠੀਕ ਆ। ਕੋ ਆਟਾ ਦਾਣਾ ਆਟਾ ਦਾਣਾ ਕੋਈ ਹੋਰ ਲੈ। ਠੀਕ ਆ। ਉਹ ਦੁੱਧ ਦਾ ਹੁੰਦੇ ਨਹੀਂ ਸੀ ਚਿੱਟੇ। ਆਹੋ ਡੱਬਿਆਂ ਦੇ ਦੁੱਧ ਕਿੱਥੇ ਸੀ ਉਹ ਟਾਈਮ, ਹੈ ਹੀ ਨਹੀਂ ਸੀ। ਉਸ ਸਮੇਂ 'ਚ ਨਹੀਂ ਸੀ। ਨਹੀਂ ਸੀ ਜੀ। ਤੇ ਮੱਝਾਂ ਗਾਵਾਂ ਤੁਸੀਂ ਛੱਡਿਆ ਏ, ਹਰ ਸ਼ੈ ਸੰਗਲ ਖੋਲ ਤੇ ਜਾਓ ਜੀ। ਓਹੋ। ਉਸ ਜਿਹੜਾ
ਇਹਨੇ ਮੇਰਾ ਬੇਦਾ ਤੁਹਾਨੂੰ ਦੱਸਿਆ ਵੀ ਭਾਈ ਬਣਾ ਆ ਪੱਗ ਬਟਾਈ ਸੀ ਸਰਦਾਰ ਜੀ ਨੇ। ਆ ਖੋਲ ਲੈ, ਸਰਦਾਰ ਨੂੰ ਕਹਿਣ ਲੱਗਾ ਆ ਵੀ ਇਹ ਤੇਰੇ ਹੀ ਆ। ਆ ਘਰ ਤੇਰਾ, ਹੂੰ ਆ ਮਾਲ ਤੇਰਾ, ਕਾਫੀ ਡੰਗਰ ਸੀ ਕਹਿੰਦਾ। ਅੱਛਾ ਸੋਨਾ ਚਾਂਦੀ ਵੀ ਸੀਗਾ। ਸੋਨਾ ਚਾਂਦੀ ਮੇਰੀਆਂ 7 ਫੁੱਫੀਆਂ ਸੀ। ਅੱਛਾ ਉਹ ਉਹਨਾਂ ਨੇ ਗਦਰ ਤੋਂ ਡਰਦੀ ਕਹਿੰਦੇ ਨੇ, ਉਹ ਸਾਡੇ ਇਕੱਠਾ ਕਰਕੇ ਮੇਰੇ ਅੱਬੇ ਕੋਲੇ ਫੜਾਤਾ। ਆ ਫੌਜੀ ਹਾਲ ਹੈ, ਹਾਂ ਮੇਰੀ ਮਾਂ ਦਾ ਵੀ ਸੀ। ਠੀਕ ਆ ਠੀਕ। ਉਸ ਤੋਂ ਫੇਰ ਸਾਨੂੰ ਇੱਥੋਂ ਹੀ ਚੱਲ ਉਹ ਸੋਨਾ ਫੇ ਕਿਹਨੂੰ ਫੜਾਇਆ ਤੁਸੀਂ? ਉਹ ਸੋਨਾ ਉਸ ਬੰਦੇ ਨੂੰ, ਉਹ ਸਰਦਾਰ ਜੀ ਜਿਹਨਾਂ ਪੱਗ ਬਟਾਈ ਸੀ। ਜਿਹਦੇ ਨਾਲ ਪੱਗ ਬਟਾਈ ਸੀ, ਉਹਦਾ ਨਾਂ ਪਤਾ ਨਹੀਂ ਸਵਾਰਨ ਸਿਉਂ ਸੀ ਜਾਂ ਪਤਾ ਨਹੀਂ। ਹਾਂ ਚਲੋ ਜਸਵੰਤ ਸਿੰਘ ਹੋਣਾ ਕੋ। ਆਹੋ ਇਹੋ ਜਿਹਾ ਹੀ ਦਾ ਹੈ, ਠੀਕ ਮੈਨੂੰ ਯਾਦ ਨਹੀਂ। ਠੀਕ ਆ। ਉਹਨੇ ਕਿਹਾ ਵੀ ਆਹ ਲੈ ਭਾਈ, ਹੂੰ ਏਡਾ ਸਾਰੇ ਹੋਰ ਏਡੇ ਟਰੰਕ ਹੁੰਦੇ ਸੀ, ਬੱਲੇ ਭਰਿਆ ਫੁੱਲ ਪਿਆ, ਚੰਗਾ ਸੋਨਾ ਭਰਿਆ ਭਰਿਆ ਟਰੰਕ ਪਿਆ। ਭਰ ਕੇ ਦੇਤਾ ਹੈ ਜੀ। ਉਹਨੂੰ ਫੜਾਤਾ ਵੀ ਜੇ ਤਾਂ ਆ ਗਏ ਜੇ ਆ ਗਏ ਸਾਡਾ, ਉਹ ਕਹਿੰਦਾ ਜੀ ਤੁਹਾਡੀ ਅਮਾਨਤ ਹੈ, ਅਮਾਨਤ ਪਈ ਆ। ਕੀ ਬਾਤ। ਇੱਥੇ ਰਹਿਣ ਦੋ। ਹੂੰ ਉੱਥੇ ਸਾਡੇ ਪਿੰਡ ਦੇ ਵਿੱਚ ਜਮਾਲਾ ਗੁੱਜਰ ਸੀ, ਉਹ ਵੀ ਸਾਡੇ ਪਿੰਡ ਦਾ ਸੀ। ਅੱਛਾ ਉਹ ਗਿਆ ਉੱਥੇ ਆਪਣੇ ਮਿਲਣ, ਉਹਦਾ ਵੀ ਕੋਈ ਮਾਲ ਸੀਗਾ ਹੋਰ ਕੋਲੇ। ਹੂੰ ਉਹਨੇ ਕਿਹਾ ਵੀ ਭਾਈ, ਉਹ ਸਵਾਲ ਸੀ ਪਤਾ ਨਹੀਂ ਕੀ ਸੀ ਨਾ ਉਹਦਾ, ਹੂੰ ਵੀ ਉਹਨੇ ਸੁਨੇਹਾ ਦਿੱਤਾ ਵੀ ਮੁਹੰਮਦ ਬੂਟੇ ਨੂੰ ਕਹੀਂ ਮੇਰਾ ਭਾਈ ਬਣਿਆ, ਹੂੰ ਉਹ ਆਪਣੀ ਅਮਾਨਤ ਲੈ ਲਈ। ਲੈ ਜਾ ਠੀਕ ਆ। ਹੂੰ ਇਹ ਮੇਰਾ ਦਾਦਾ ਬੋਲਿਆ, ਉਹ ਨਹੀਂ ਹੋ ਭਾਈ, ਹੂੰ ਤੂੰ ਜਾਇਆ ਹੋਵੇਗਾ ਗੱਲਾਂ ਬਹੁਤ ਸੀ। ਠੀਕ। ਉਹ ਨਹੀਂ ਹੋ ਭਾਈ, ਅਸੀਂ ਤਾਂ ਉੱਥੇ ਹੀ ਚਲੇ ਜਾਣਾ, ਵਾਪਸ ਚਲ ਜਾਣਾ। ਅਸੀਂ ਵਾਪਸ ਚਲੇ ਜਾਣਾ। ਪਟਵਾਰੀ ਸਾਨੂੰ ਕਹਿੰਦਾ ਸੀਗਾ ਵੀ ਤੈਨੂੰ ਦੁਕਾਨ ਖੋਲ ਦਿੰਦਾ ਸਾਂਗਲੇ, ਠੀਕ ਆ। ਤੂੰ ਪੜ੍ਹਿਆ ਲਿਖਿਆ ਬੰਦਾ ਹੈ। ਉੱਥੋਂ ਚੱਲ ਕੇ ਸਾਂਗਲੇ ਆ ਗਏ। ਹਾਂ, ਹੂੰ ਉਹ ਕਹਿੰਦਾ ਨਹੀਂ ਬਈ, ਦੁਕਾਨਾਂ ਨਹੀਂ ਕਰਨੀਆਂ। ਮੈਂ ਸੀਧੀ ਦੁਕਾਨਾਂ, ਅੱਜ ਤਾਂ ਮੁੜ ਜਾਣਾ, ਅਸੀਂ ਦੁਕਾਨਾਂ ਕੀ ਕਰਨੀਆਂ। ਏਡੇ ਉਹਨਾਂ ਦੇ ਪੱਕ ਸੀਗੇ ਵੀ ਅਸੀਂ ਮੁੜ ਜਾਣਾ, ਮੁੜ ਜਾਣਾ, ਦੇਸ਼ ਨੂੰ ਮੁੜ ਜਾਣਾ। ਦੇਸ਼ ਨੂੰ ਮੁੜਨਾ, ਸਾਡਾ ਦੇਸ਼ ਆ ਉਹ। ਦੇਸ਼ ਹਾਏ ਹਾਏ, ਦੇਸ਼ ਦਾ ਚੇਤੇ ਆਉਂਦਾ ਹੀ ਹੈ ਨਾ। ਹੋਏ ਹੋਏ ਹੋਏ, ਫਿਰ ਉਹ ਦੇਸ਼ ਦੀਆਂ ਗੱਲਾਂ, ਅਸੀਂ ਵੀ ਰੋਂਦੇ ਰਹੇ ਆ। ਜਿਵੇਂ ਮਾਵਾਂ ਤੁਹਾਨੂੰ ਸੀਨਿਆਂ ਨਾਲ ਲਾ ਕੇ ਲੈ ਕੇ ਆਈਆਂ, ਹਾਂ, ਹਾਂਜੀ। ਹੁਣ ਤੁਹਾਡੀ ਇੰਨੀ ਉਮਰ ਹੋ ਗਈ, ਮਤਲਬ ਦੇਖ ਲਓ ਵੀ ਅੱਜ ਵੀ ਤੁਸੀਂ ਮਾਂ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਰੋਨੇ ਆ। ਵੀ ਮਾਂ ਜਿਹੜੀ ਆ, ਮਾਂ ਹੀ ਹੁੰਦੀ ਆ। ਮਾਂ ਮਾਂ ਕੀ ਬਾਤ ਹੈ ਜੀ। ਬਾਪ, ਜਿਹੜਾ ਬਾਪ ਹੀ ਹੁੰਦਾ, ਵਾਹ ਬਾਪ ਹੀ ਹੁੰਦਾ ਜੀ। ਨਹੀਂ ਬੜੀ ਲੱਭਣਾ। ਹਾਂਜੀ ਬੇਸ਼ੱਕ ਮਾਂ ਪਿਆਰ ਚਲੇ ਗਈ। ਗਏ ਹੁਣ ਬਸ ਹੁਣ, ਕੱਲ ਮੈਂ ਤਾਂ ਹੀ ਰੋਂਦਾ ਸੀ ਮਾਂ ਪਿਓ। ਮਾਂ ਹਾਏ ਹਾਏ, ਮਾਂ ਪਿਓ ਨੂੰ ਰੋਂਦੇ ਸੀ। ਮਾਂ ਪਿਓ ਆ ਜਾਂਦੇ ਆ ਚੇਤੇ, ਉਹਨਾਂ ਦੀਆਂ ਕਬਰਾਂ ਵੀ ਚੇਤੇ ਆ ਜਾਂਦੀਆਂ। ਹਾਂਜੀ ਤੇ ਮਾਂ ਬਾਪ ਜਿਹੜੇ ਆ ਬੜੀ ਚੀਜ਼ ਆ। ਮਾਂ ਵਰਗਾ ਪਿਆਰ ਦੁਨੀਆ ਤੇ ਹੋ ਨਹੀਂ ਸਕਦਾ। ਹਾਂਜੀ ਰੱਬ ਨੇ ਵੀ ਆਪਣੇ ਪਿਆਰ ਦੀ ਜਿਹੜੀ ਮਿਸਾਲ ਆ ਨਾ, ਮਾਂ ਦੇ ਪਿਆਰ ਨਾਲ ਦਿੱਤੀ ਆ। ਮਾਂ ਦੇ ਪਿਆਰ ਨਾਲ। ਵੀ ਮੈਂ 70 ਮਾਵਾਂ ਜਿੰਨਾ ਪਿਆਰ ਦਿੰਦਾ, ਜਿਹੜੀ ਮਾਂ ਨੂੰ ਅੱਗੇ ਰੱਖਿਆ, ਇੰਨੀ ਮਾਂ ਵੱਡੀ ਸ਼ੈ ਆ। ਜੀ ਜੀ। ਤੇ ਸਾਡੇ ਬਜ਼ੁਰਗ ਪਿਛਲੇ ਦਿਨਾਂ 'ਚ ਉਹਨਾਂ ਦੀ ਲੱਤ ਸੱਟ ਲੱਗੀ, 100 ਸਾਲ ਤੋਂ ਉੱਤੇ ਸੀ। ਉਹਨਾਂ ਦੀ ਮਰਜ਼ੀ ਜਦੋਂ ਲੱਤ ਦੁਖਣੀ, ਉਹਨਾਂ ਨੇ ਕਹਿਣਾ ਹਾਏ ਮਾਂ। ਹਾਏ ਮੈਂ ਕਹਿਣਾ ਅੱਬਾ ਜੀ 100 ਸਾਲ ਦੇ ਤੁਸੀਂ ਹੋ ਗਏ, ਹਲੇ ਵੀ ਮਾਂ ਯਾਦ ਆਉਂਦੀ? ਕਹਿੰਦਾ ਮਾਂ ਭੁੱਲਦੀ ਨਹੀਂ। ਮਾਂ ਕਿੱਥੇ ਭੁੱਲਦੀ ਆ? ਮੇਰੀ ਮਾਂ ਇੱਥੇ ਆ। ਹਾਂ ਮਾਂ ਨਹੀਂ ਭੁੱਲਦੀ। ਭੁੱਲਦੀ, ਮੈਂ ਜਾਂਦਾ ਉੱਥੇ ਰੋਂਦਾ, ਹਾਂ ਕਦਮਾਂ 'ਚ ਪੈਂਦਾ ਜਾ ਵਾਹ ਕੇ, ਬਈ ਵਾਹ ਬਈ। ਤੇ ਦਰੂਦ ਪਾਕ ਪੜਦਾ ਹੀ ਜਾਂਦਾ। ਹਾਂ ਖੈਰ ਤੁਸੀਂ ਬੜੀ ਸੇਵਾ ਕੀਤੀ ਮਾਂ ਬਾਪ ਦੀ। ਹਾਂ, ਅੱਲਾ ਦੇ ਇਹ ਮਾਲਕ ਅਜਰ ਦੇਊਗਾ ਤੁਹਾਨੂੰ। ਮਾਂ ਬਾਪ ਦੀ ਬੜਾ ਬੜੀ ਸੇਵਾ। ਕੁਛ ਦਿੱਤਾ ਜੀ। ਹਾਏ ਹਾਏ। ਹਾਂ, ਹਰ ਸ਼ੈ ਹੀ ਆ, ਕੋਈ ਨਹੀਂ ਭੁੱਖੇ ਨਹੀਂ ਮਰਦੇ, ਹਾਂ ਸਭ ਕੁਝ ਠੀਕ। ਵੈਸੇ ਕਦੀ ਕਦਾਈ ਆਉਂਦਾ ਪਿੰਡ ਚੇਤੇ ਪਿਛਲਾ? ਆਉਂਦਾ ਆਉਂਦਾ ਚੇਤੇ। ਆਉਂਦਾ ਜੀ, ਆਉਂਦਾ। ਜੇ ਕੋਈ ਸਰਦਾਰ ਉੱਥੇ ਉਸ ਪਿੰਡ ਦਾ ਕਹੇ ਯਾਰ ਮੈਂ ਤੁਹਾਨੂੰ ਬੁਲਾਉਣਾ, ਫਿਰ ਜਾਣ ਨੂੰ ਦਿਲ ਕਰਦਾ? ਨਾ ਹਾਂਜੀ ਅੱਛਾ, ਉਹ ਨਾ ਪਛਾਣੇ। ਇੰਡੀਆ 'ਚ ਜਾਣ ਨੂੰ ਦਿਲ ਕਰਦਾ, ਹੋਰ ਕਿੱਥੇ ਜਾਣ ਨੂੰ ਦਿਲ ਕਰਦਾ? ਹੋਰ ਮਦੀਨੇ। ਹਾਏ ਹਾਏ ਹਾਏ, ਵਾਹ ਜੀ ਵਾਹ, ਕੀ ਬਾਤ ਆ। ਇੱਕ ਇੰਡੀਆ ਨੂੰ ਜਾਣ ਨੂੰ ਦਿਲ ਕਰਦਾ, ਦੇਖ ਲਓ ਵੀ ਚੜ੍ਹਦੇ ਪੰਜਾਬ ਵਾਲਿਓ। ਇੱਕ ਇੰਡੀਆ ਨਹੀਂ ਭੁੱਲੇ ਅਸੀਂ, ਤਾਂ ਦੂਸਰਾ ਸਾਨੂੰ ਮਦੀਨਾ ਚੇਤੇ ਆਉਂਦਾ, ਸਰਕਾਰੇ ਦੋ ਆਲਮ ਦਾ ਹੈ ਜੀ। ਜਿਵੇਂ ਤੁਸੀਂ ਆਪਣੇ ਆਉਂਦੇ ਹੋ ਨਨਕਾਣਾ ਸਾਹਿਬ, ਨਨਕਾਣਾ ਸਾਹਿਬ, ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇ, ਹਾਂਜੀ ਹਾਂਜੀ ਆਉਂਦੇ ਆ ਜੀ। ਭੈਣ ਆ ਛੋਟੀ। ਅੱਛਾ ਜੀ ਠੀਕ। ਉਹ ਇੱਕ ਵਾਰੀ ਹਾਂ ਮੈਂ ਗਿਆ ਉੱਥੇ, ਤੇ ਉਹਨਾਂ ਦਾ ਮੇਲਾ ਲੱਗਿਆ। ਕਹਿੰਦੀ ਆਏ ਹੋਇਆ ਆ, ਤੈਨੂੰ ਦਿਖਾ ਕੇ ਲਿਆਵਾਂ। ਸਾਡਾ ਕਿਹੜਾ ਕੋਈ ਬਾਕਬ ਜਾਂ ਤਾਂ ਸਾਡੇ ਪਿੰਡ ਦਾ ਕੋਈ ਆਵੇ ਨਾ, ਪਤਾ ਲੱਗੇ ਨਾ ਆਵੇ ਵੀ ਉਸ ਪਿੰਡ ਦਾ, ਫੇਰ ਤਾਂ ਉਹਦਾ ਮਿਲੀਏ ਜਾਂ ਉਹਨੂੰ ਕਹੀਏ ਵੀ ਸਾਡਾ ਪਿੰਡ ਸੀ ਉਹ। ਹਾਏ ਹਾਏ, ਠੀਕ ਆ ਗੱਲ, ਮੈਂ ਸੱਚੀ ਕੀ ਲੈਣ ਜਾਣਾ? ਹਾਂਜੀ ਬਿਲਕੁਲ ਉਹਦੇ ਠੀਕ। ਘਰ ਆਵਾ ਸੀ, ਉਹਦੇ ਕੋਲ ਸੀਗਾ ਟਾਂਗਾ ਬਹੁਤਾ, ਜੋ ਟਾਂਗੇ ਚ ਆ ਬਾਈ ਤੈਨੂੰ ਲੈ ਕੇ ਚੱਲਾਂ। ਅੱਛਾ ਮੇਲਾ ਲੱਗਾ ਜੀ, ਮਾਸ਼ਾਅੱਲਾ, ਰਹਿਮਤਾਂ ਹੀ ਹੋਈਆਂ ਪਈਆਂ। ਬੇਸ਼ੱਕ ਪੂਰਾ ਬੇਸ਼ੱਕ। ਪੂਰਾ ਭਰਿਆ। ਅੱਛਾ ਜੀ, ਉੱਥੋਂ ਅਸੀਂ ਅੱਛਾ
ਸਾਂਗਲੇ ਆ ਗਏ ਤੁਸੀਂ? ਆ ਸਾਂਗਲੇ ਆ ਗਏ। ਉੱਥੇ ਫਿਰ ਜ਼ਮੀਨ ਪੈ ਗਈ? ਉੱਥੇ ਸਾਨੂੰ ਜ਼ਮੀਨ ਪੈ ਗਈ। ਪਟਵਾਰੀ ਜਿਹੜਾ ਸੀ ਉਹ ਮੇਰੇ ਅੱਬੇ ਦਾ, ਉਹ ਵੀ ਇੰਡੀਆ ਜਿਹੜੀ ਫੌਜ ਦੇ ਵਿੱਚ ਸੀ ਨਾ, ਉਹ ਵੀ ਪਟਵਾਰੀ ਵੀ ਇਕੱਲਾ ਹੀ ਸੀ, ਰਾਈ ਸੀ। ਅੱਛਾ ਅੱਛਾ ਅੱਛਾ। ਮੈਂ ਜਾਣ ਹੁਣ ਤੇ ਉਹ ਨਹੀਂ ਜਾਂਦਾ ਰਿਹਾ ਉਹਦੇ ਕੋਲ। ਉਹਨੇ ਕਿਹਾ ਮੇਰਾ ਬੱਚਾ ਆ ਗਿਆ, ਰੋਣਾ ਆਨੇ ਵਾਲੀ ਜੱਫੀ ਪਾ ਕੇ। ਬਿਲਕੁਲ। ਅੱਲਾ ਦਾ ਨੇਕ ਬੰਦਾ ਸੀ, ਰਾਈ ਸੀ। ਰਾਈ ਸੀ। ਅੱਛਾ ਅੱਛਾ। ਤੇ ਉੱਥੇ ਫਿਰ ਕਿੰਨਾ ਕੁ ਚਿਰ ਰਹੇ ਸਾਂਗਲੇ? ਉੱਥੇ ਅਸੀਂ ਜੀ ਥੋੜੇ ਚਿਰ ਰਹੇ ਆ। ਉਹ ਸਾਡੀ ਕੌਮ, ਤੁਹਾਨੂੰ ਮੈਂ ਕੱਲ ਦੱਸਿਆ ਸੀ ਨਾ, ਇਹ ਹੈਗੇ ਆ ਬਦਤਮੀਜ਼। ਬਸ ਜੀ, ਉਹ ਸਾਰੇ ਤਾਂ ਨਹੀਂ, ਵਿੱਚ ਬਹੁਤ ਅੱਛੇ ਅੱਛੇ ਵੀ ਆ ਤੁਹਾਡੇ ਵਰਗੇ ਲੋਕ ਜਿਹੜੇ ਅੱਲਾ ਦੇ ਵਲੀ ਨੇ। ਬਾਕੀ ਚਲੋ ਕੋਈ ਬਹੁਤੇ ਖੜਬੜੇ ਜਿਹੇ ਵੀ ਹੈਗੇ ਆ। ਉਹ ਮੇਰਾ ਮਾਮਾ ਤੇ ਇਹ ਮੋਤੀ ਹੋਣਾ ਦੀ ਜਿਹੜੀ ਮਾਂ ਸੀ, ਉਹ ਮੇਰੀ ਫੁੱਫੀ ਸੀ। ਅੱਛਾ। ਉਹ ਮਾਮਾ ਸੀ। ਹਾਂ ਹਾਂ। ਉਹ ਜਦੋਂ ਸਵੇਰ ਨੂੰ ਇਹਨਾਂ ਨੂੰ ਉੱਠੇ ਹੀ ਆ ਤਾਂ ਜੇ ਕੋਈ ਖਾਧਾ ਨਾ ਪੀਤਾ ਨਾ, ਅੱਬਾ ਮੇਰਾ ਜਿਹੜਾ ਸੀ ਅੱਲਾ ਵਾਲਾ ਸੀ, ਹਾਂ ਬਿਲਕੁਲ, ਉਹ ਤਲਾਵਤ ਕਰੇ ਤੇ ਉੱਚੀ ਉੱਚੀ ਜ਼ਰੂਰ ਪੜ੍ਹਨ ਲੱਗ ਗਿਆ। ਤਲਾਵਤ ਕਰ ਛੱਡ ਕੇ ਵੀ ਇਹ ਤਾਂ ਬੋਲਦੇ ਉੱਚੀ ਉੱਚੀ ਵੀ ਹਟ ਜਾਣਗੇ, ਹਟ ਜਾਣ, ਉਹ ਨਾ ਹਟੇ। ਅੱਛਾ, ਉਹ ਗਾਲਾਂ ਕੱਢੀ ਜਾਣ ਇੱਕ ਦੂਜੇ ਨੂੰ? ਗਾਲਾਂ ਤੇਰੀ ਚੀਜ਼ ਪੁੱਠੀ ਜੀ ਜ਼ਬਾਨ ਨਾਲ, ਜਿਹੀ ਜੇ ਆ ਜਿੱਦਾਂ। ਬਿਲਕੁਲ ਬਿਲਕੁਲ। ਉਹ ਫਿਰ ਕਹਿਣ ਲੱਗਾ, ਮਾਮਾ ਮੇਰਾ ਕਹਿਣ ਲੱਗਾ, ਯਾਰ ਤੁਸੀਂ ਸਾਡੇ ਕੋਲ 94 ਚੱਲੋ। ਵਾਹ ਬਿਲਕੁਲ, ਜਾਣੀ ਇਹ ਤੁਹਾਡੇ ਹਿਸਾਬ ਦੇ ਨਹੀਂ ਗੁੱਜਰ ਹੈਗੇ, ਇਹ ਤੁਹਾਡੇ ਭਾਰੇ ਭਾਰੇ ਆ ਤੇ ਤੁਸੀਂ ਸਾਡੇ ਚੱਲੋ। ਆਪਾਂ ਸ਼ਰੀਫ ਬੰਦੇ ਆ, ਆਪਾਂ ਤੁਸੀਂ ਅੱਲਾ ਵਾਲੇ ਆ। ਤਲਾਵਤ ਕਰਦੇ ਆ, ਦਰੂਦ ਪੜ੍ਹਦੇ ਆ। ਇਹਨਾਂ ਨੂੰ ਕੋਈ ਨਹੀਂ ਸੌਲਿਆ ਸੌਰਿਆ ਫਲਾਨਿਆਂ ਟਿੰਗ ਕਾਲੀਆਂ ਕਾਲੀਆਂ ਲਾਠਾਂ ਲਾਠੀਆਂ ਬਾਦਸ਼ਾਹ ਕੱਢ ਲੈਂਦੇ। ਅਸੀਂ ਕਿਹਾ ਵੀ ਮੈਂ ਆਪਣੀ ਮਾਂ ਨੂੰ ਕਿਹਾ ਨਹੀਂ, ਹਾਂ ਚਲੀਏ ਉੱਥੇ। ਹਾਂ, ਫਿਰ ਉੱਥੋਂ ਜੀ ਅਸੀਂ ਅੱਲਾ ਦੇ ਹੁਕਮ ਨਾਲ ਆ ਗੌਸੇ ਉਹਨਾਂ ਦਾ ਬਾਪ ਸੀ, ਉਹਦੇ ਨਾਮ ਪਤਾ ਨਹੀਂ ਕੀ, ਯਾਨੀ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਇੱਥੇ ਲਾਏ? ਇੱਥੇ ਲੈ ਉਹ ਮਾਮਾ ਸ਼ੇਰ ਕਹਿੰਦੇ ਸੀ ਤੁਸੀਂ ਕੋਈ? ਆ ਮਾਮਾ ਸ਼ੇਰੂ ਆ। ਹਾਂ 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 ਹਾਂ। ਉਹ ਲੈ, ਉਹਦਾ ਨਾਂ ਸੀ ਬਦੀ ਗੌਸੇ ਦੇ। ਅੱਛਾ ਅੱਛਾ। ਬਾਪ ਦਾ ਨਾਂ ਉਹ ਬਾਬਾ ਬਲੀ। ਬਾਬਾ ਬਦੀ। ਠੀਕ ਆ ਉਹਨੂੰ ਸੱਦ ਲਿਆ ਵੀ ਲੈ ਵੀ ਗਾਈਆਂ ਸੀ ਸਾਡੇ ਕੋਲ ਦੋ। ਹਾਂ ਹਾਂ ਠੀਕ ਆ। ਉੱਥੋਂ ਮਿਲ ਗਈਆਂ ਹੋਈਆਂ। ਹਾਂ, ਉਹ ਪੈਦਲ ਲਿਆਉਣੀ, ਉਹ ਤੋੜ ਕੇ ਲਿਆਉਣੀ। ਤੋੜ ਕੇ ਲਿਆਉਣੀ ਅਸੀਂ ਉਸ ਵਕਤ ਕੀ ਸੀ, ਉਜੜੇ ਪੁਜੜੇ ਆਏ ਵਿਚਾਰੇ, ਮਸਾਂ ਦਾਣੇ ਲੱਭੇ, ਮਸਾਂ ਚੀਜ਼ਾਂ ਲੱਭੀਆਂ। ਇੱਥੇ ਬਜ਼ੁਰਗ ਦੱਸਦੇ ਆ ਵੀ ਚਰੀ ਦੀਆਂ ਰੋਟੀਆਂ ਵੀ ਖਾਂਦੇ ਰਹੇ ਜੀ, ਸਭ ਕੁਝ ਹੀ ਮਜ਼ਦੂਰੀਆਂ ਕੀਤੀਆਂ ਆ ਕੇ ਉੱਥੋਂ, ਬਾਦਸ਼ਾਹੀਆਂ ਛੱਡ ਕੇ। ਸਾਰਾ ਕੁਝ ਖੱਟ ਕੇ ਜੀ ਉੱਥੇ ਆ ਗਏ। ਉੱਥੋਂ ਗਾਈਆਂ ਉਹ ਬੁੜੇ ਨੇ ਚੱਕਦੀਆਂ ਹੱਕਦੀਆਂ। ਤੇ ਮੈਨੂੰ ਕਹਿੰਦਾ ਆ ਜਾ ਪੁੱਤ, ਭੱਜਿਆ ਹੀ ਥੱਕ ਤਾਂ ਨਹੀਂ ਜਾਏਗਾ? ਮੈਂ ਹੱਲਾ ਮੈਂ ਥੱਕਣਾ ਕਿੱਥੇ, ਜੁੱਤੀ ਜੀ ਹੈ ਇੱਥੇ ਛੋਟੀ ਚ ਪਾ ਕੇ ਨਾ ਇੱਥੇ ਟੰਗਦੀ, ਇੱਥੇ ਰੱਖਦੀ ਛੋਟੀ। ਮੈਨੂੰ ਕਹਿੰਦਾ ਲਈ ਭੱਜਾ ਆਈ, ਜਿੱਥੇ ਥੱਕ ਗਿਆ ਉੱਥੇ ਦੱਸ ਦੇ। ਫਿਰ ਅਸੀਂ ਰਾਹ ਦੇ ਵਿੱਚ ਉੱਥੇ ਗੋਜਰੇ ਤੋਂ ਪਤਾ ਹੀ ਹੈ ਕੋਈ ਪਿੰਡ ਸੀਗਾ, ਹੁਣ ਤਾਂ ਭੁੱਲ ਗਿਆ। ਭੁੱਲ ਗਿਆ, ਠੀਕ ਆ। ਉੱਥੇ ਫਿਰ ਤੁਸੀਂ ਮਤਲਬ ਸਟੇ ਕੀਤਾ? ਉੱਥੇ ਸਟੇ ਕੀਤਾ। ਉੱਥੋਂ ਫਿਰ ਰਾਤ ਰਹੇ ਹੋਣੇ? ਉੱਥੇ ਰਾਤ ਰਹੇ। ਸਵੇਰ ਨੂੰ ਰਾਤ ਨੂੰ ਉਹਨਾਂ ਅੱਲਾ ਦੇ ਬੰਦਿਆਂ ਨੇ ਬੜੀ ਸੇਵਾ ਕੀਤੀ। ਆ ਤਾਂ ਬੱਚਾ ਥੱਕ ਗਿਆ, ਮੇਰੀ ਮਾਰ ਗਈ। ਵਾਹ ਵਾਹ, ਉਹ ਤਾਂ ਥੱਕ ਨਹੀਂ ਗਿਆ। ਉਹ ਲੋਕ ਸੀਗੇ ਉਦੋਂ ਮੁਹੱਬਤ ਸੀ, ਉਹ ਦੂਏ ਬੱਚੇ ਨੂੰ ਵੀ ਆਪਣਾ ਹੀ ਸਮਝਦੇ ਸੀ। ਹੁਣ ਤਾਂ ਇੱਥੇ ਮਰਸਾ ਹੋਵੇ ਤੁਸੀਂ ਕਹਿਣਾ ਜ਼ਿਆਦਾ ਜ਼ਿਆਦਾ ਨਹੀਂ, ਹੁਣ ਉਹ ਗੱਲਾਂ ਨਹੀਂ ਰਹੀਆਂ। ਤੇ ਉੱਥੋਂ ਜੀ ਫਿਰ ਇੱਥੇ ਆ ਗਏ। ਇੱਥੇ ਅੱਲਾ ਦੇ ਉੱਥੇ ਸਾਨੂੰ 4 ਕਿੱਲੇ ਸੀਗੇ। ਉਹ ਫਿਰ ਇਹਨਾਂ ਨੇ ਜ਼ੋਰ ਪਾਇਆ ਵੀ ਉਹ ਉੱਥੇ ਤੁਹਾਨੂੰ ਕੀ ਫਾਇਦਾ ਉਹਨਾਂ ਕੀ। ਹਾਂ, ਉੱਥੇ ਬਹਿ ਕੇ ਠੀਕ, ਲੇਕਿਨ ਸਕੂਨ ਚ ਰਹੋਗੇ। ਸਕੂਨ ਚ ਰਹੋਗੇ, ਅੱਲਾ ਅੱਲਾ ਕਰਿਆ ਕਰੋਗੇ ਸਾਰੇ ਸਭ। ਇੱਥੇ ਫਿਰ ਕਿੰਨੀ ਪਈ? ਇੱਥੇ ਉਹ ਵੇਚੀ ਅਸੀਂ। ਅੱਛਾ, ਉਹ ਵੇਚਤੀ। ਉਹ ਵੇਚਤੀ, ਉਹ 2 ਹੀ ਮਿਲਿਆ ਫਿਰ 2 ਕਿੱਲੇ। ਆਹੋ 2 ਕਿੱਲੇ ਫਿਰ ਮੁੱਲ ਲਏ ਹੋਣੇ, ਮੁੱਲ ਲੈ ਲਏ ਉੱਥੋਂ ਆ ਕੇ। ਬਿਲਕੁਲ। ਅੱਛਾ ਅੱਛਾ ਅੱਛਾ। ਇਹ ਬੋਲ ਕੇ ਹੁਣ ਅੱਛਾ, ਉੱਥੇ ਮੈਂ ਸੁਣਿਆ ਆ ਇੰਡੀਆ ਦੇ ਜਾਂ ਹਿੰਦੁਸਤਾਨ 'ਚ ਚੜ੍ਹਦੇ ਪੰਜਾਬ, ਉੱਥੇ ਜਦੋਂ ਸੀਗੇ ਸੰਨ 47 ਦੀ ਵੰਡ ਤੋਂ ਪਹਿਲੇ, ਵੀ ਜਦੋਂ ਸ਼ਾਦੀ ਵਿਆਹ ਹੋਣਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਆਪਣੀ ਆਪਣੀ ਜਿਹਦੇ ਕੋਲ ਜਿੰਨਾ ਕੁ ਵੀ ਮਿਸਾਲ ਇੱਕ ਮੱਝ ਰੱਖੀ ਆ, ਦੁੱਧ ਪਾਣੀ, ਉਹ ਵੀ ਅਸੀਂ ਦੇਖਿਆ ਵੀ ਅੱਖਾਂ ਨਾਲ, ਛੋਟੇ ਹੀ ਭਾਵੇਂ ਹੁੰਦੇ ਸੀ। ਉਹਦੇ ਘਰ ਲਾਈਨਾਂ ਲੱਗੀਆਂ ਪਈਆਂ ਹੋਣੀਆਂ, ਬਾਲਟੀਆਂ ਦੁੱਧ ਭਰੇ ਹੋਣੇ। ਏਦਾਂ ਇਹਨਾਂ ਨੂੰ ਦਿਲਚਸਪੀ ਸੀ ਲੋਕਾਂ ਨੂੰ, ਕੁੜੀ ਦੀ ਆ ਮੁੰਡੇ ਦੀ ਆ, ਉਹਦੇ ਦੁੱਧ ਪਹੁੰਚਾਉਂਦੇ ਸੀ।
ਜਾਣੀ ਉਹਨੂੰ ਪ੍ਰਾਹੁਣੇ ਆਏ ਹੋਣੇ ਵੀ ਇਹਨੂੰ ਦੁੱਧ ਲੈਣਾ ਨਾ ਪਵੇ, ਥੋੜ ਨਾ ਹੋਵੇ, ਇਹਦੀ ਕੰਡ ਨਾ ਲੱਗੇ ਸਾਡੇ ਭਰਾ ਦੀ, ਜੇ ਇਹਦੀ ਲੱਗੀ ਸਾਡੀ ਲੱਗੇ। ਸਾਡੀ ਲੱਗੀ। ਇਹ ਮੁਹੱਬਤ ਸੀ ਉਸ ਇੰਡੀਆ ਦੇ ਵਿੱਚ, ਉਦੋਂ ਮੁਹੱਬਤ ਸੀਗੀ। ਉਦੋਂ ਮੁਹੱਬਤ। ਹੁਣ ਤਾਂ ਤੁਸੀਂ ਸ਼ਾਦੀ ਆ ਕੋ ਮੁੱਲ ਲੈਣ ਜਾਓ, ਅਗਲਾ ਕਹਿੰਦਾ ਹੈ ਨਹੀਂ ਦੁੱਧ, ਮੁਫਤ ਫ੍ਰੀ ਤਾਂ ਕੀ ਦੇਣਾ। ਆਪਣਿਆਂ ਦੀ ਚਲੋ ਛੱਡੋ ਨਾ, ਆਪਾਂ ਕੀ ਲੈਣਾ, ਗੱਲ ਕਰਦੇ ਆ ਚੁਗਲੀ ਕਰਨੀ ਵੀ ਜਾਣੀ ਉਹ ਫਿਰ ਲੋਕ ਜਿਹੜੇ ਆ ਨਾ, ਹੁਣ ਉਹ ਮੁਹੱਬਤ ਨਹੀਂ ਰਹਿ ਗਈ, ਨਾ ਜੀ, ਉਹ ਗੱਲਬਾਤ ਨਹੀਂ ਰਹਿ ਗਈ। ਤੇ ਅੱਗੇ ਲੋਕ ਤੇ ਕਰਦੇ ਸੀ ਇੱਕ ਦੂਜੇ ਦਾ, ਤੇ ਕਰਦੇ ਸੀ ਔਰ ਇੱਕ ਦੂਜੇ ਦੀ ਇੱਜ਼ਤ ਨੂੰ ਆਪਣੀ ਸਮਝਦੇ ਸੀ। ਹਾਂ ਬਿਲਕੁਲ ਹਾਂਜੀ। ਬੜੀ ਹਿਫਾਜ਼ਤ ਕਰਦੇ ਸੀ ਦੀ, ਭੈਣਾਂ ਦੀ, ਸਾਰਿਆਂ ਦੀ। ਹੁਣ ਨਹੀਂ, ਉਡਾਉਂਦੇ ਆ ਹੁਣ ਉਹ ਫਲਾਣੇ। ਲੋ ਜੀ, ਗੱਲ ਇਹ ਆ ਵੀ ਬੀਤੇ ਸਮੇਂ ਨੂੰ ਯਾਦ ਕਰਨ ਦਾ ਫਾਇਦਾ ਇਹ ਹੁੰਦਾ ਵੀ ਸਾਨੂੰ ਆਪਣੇ ਪਿਛੋਕੜ ਦਾ ਇਹਦੇ ਨਾਲ ਪਤਾ ਲੱਗਦਾ। ਹਾਂ, ਪਿਛੋਕੜ ਦਾ ਜਦੋਂ ਪਤਾ ਲੱਗਦਾ, ਚਲੋ ਸਾਨੂੰ ਸਾਡੇ ਵਾਲਿਆਂ ਨੇ ਮਾੜਾ ਮੋਟਾ ਦੱਸਿਆ ਹੋਇਆ ਆਪਣਾ ਇੰਡੀਆ ਬਾਰੇ ਵੀ ਹਿੰਦੁਸਤਾਨ ਇਦਾਂ ਦਾ ਸੀ, ਹਿੰਦੁਸਤਾਨ ਇਦਾਂ ਦਾ ਸੀ। ਹੁਣ ਜਿਹੜੀ ਅਗਲੀ ਪੀੜ੍ਹੀ ਆਉਣੀ ਆ ਉਹਨੂੰ ਅਸੀਂ ਇਹਨਾਂ ਚੈਨਲ ਰਾਹੀਂ ਦੱਸਣਾ ਆ। ਇਹ ਗੱਲਾਂ ਬਾਤਾਂ ਇਹੋ ਜਿਹੇ ਬਜ਼ੁਰਗਾਂ ਦੀਆਂ ਅਸੀਂ ਸੁਣਾ ਕੇ ਤੁਹਾਨੂੰ ਇਹ ਦੱਸਦੇ ਆ ਵੀ ਇਹ ਕਿਵੇਂ ਰਹਿੰਦੇ ਹੁੰਦੇ ਸੀ, ਇਹਨਾਂ ਦੀ ਰਹਿਤਲ ਬਹਿਤਲ ਕੀ ਸੀ, ਕਿਆ ਬਾਤ। ਉਦੋਂ ਤੇ ਹੁਣ ਦੇ ਵਿੱਚ ਕਿੰਨਾ ਫਰਕ ਆ ਗਿਆ, ਉਹ ਵੀ ਇਹਨਾਂ ਨੇ ਦੱਸਿਆ ਵੀ ਉਦੋਂ ਦੀ ਮੁਹੱਬਤ ਹੁਣ ਦੀ ਮੁਹੱਬਤ 'ਚ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਲੋਕ ਪ੍ਰੋਫੈਸ਼ਨਲ ਹੋ ਗਏ ਜ਼ਿਆਦਾ, ਲੋਕ ਕਾਰੋਬਾਰ ਪੈਸੇ ਮਗਰ ਪੈ ਗਏ, ਪੈਸੇ ਮਗਰ ਪੈ ਕੇ ਹੁਣ ਉਹ ਆਪਣੇ ਪਰਾਏ ਦੀ ਪਛਾਣ ਵੀ ਭੁੱਲ ਗਏ। ਹੁਣ ਉਹਨਾਂ ਨੂੰ ਨਾ ਆਪਣਾ ਨਾ ਪਰਾਏ 'ਚ ਕੋਈ ਫਰਕ ਨਹੀਂ ਲੱਗਦਾ। ਭੁੱਲੀ ਫਿਰਦੇ ਮਾਂ ਪਿਓ ਭੁੱਲੀ ਫਿਰਦੇ ਆ। ਤਾਂ ਉਹ ਸਾਡਾ ਮਕਸਦ ਇਹੀ ਆ ਹੋਣਗੇ ਜੀ ਜੀ। ਮਾਂ ਪਿਓ ਹਾਂ, ਮਾਂ ਪਿਓ ਦੀ ਗੱਲ ਨਹੀਂ ਸੁਣਦੇ, ਹੁਣ ਬੱਚੇ ਗੁੱਸਾ ਕਰਦੇ ਆ। ਤਾਂ ਦੋਸਤੋ, ਗੱਲ ਇਹ ਆ ਵੀ ਸਾਡਾ ਮਕਸਦ ਇਹੀ ਆ ਵੀ ਸਾਡਾ ਪੰਜਾਬ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ। ਮਾਂ ਬੋਲੀ ਪੰਜਾਬੀ ਚੱਲਣੀ ਚਾਹੀਦੀ ਆ, ਇਹਨੂੰ ਅੱਗੇ बढ़ोतरी ਦੇਣੀ ਚਾਹੀਦੀ ਆ। ਸਲਾਮ ਤੇ ਸਲੂਟ ਪੇਸ਼ ਕਰਦੇ ਆ ਅਸੀਂ ਵੈਸੇ ਚੜ੍ਹਦੇ ਪੰਜਾਬ ਨੂੰ। ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਪੰਜਾਬੀ ਬਹੁਤ ਸੰਭਾਲ ਕੇ ਰੱਖੀ ਆ। ਸਾਡੇ ਕੋਲੋਂ ਕੁਤਾਹੀ ਹੋਈ ਆ ਵੈਸੇ ਲਹਿੰਦੇ ਪੰਜਾਬ ਕੋਲੋਂ ਕਿ ਅਸੀਂ ਇਸ ਪੰਜਾਬ ਦੇ ਵਿੱਚ ਹੁਣ ਪੰਜਾਬੀ ਨਹੀਂ ਪੜ੍ਹਾਉਂਦੇ, ਜਦਕਿ ਪੜ੍ਹਾਉਣੀ ਚਾਹੀਦੀ ਆ। ਬਾਕੀ ਪਾਕਿਸਤਾਨ 'ਚ ਜਿੰਨੇ ਵੀ ਸੂਬੇ ਆ ਉਹ ਸਾਰੇ ਆਪਣੀ ਜਿਹੜੀ ਆ ਨਾ, ਮਸਲ ਸਿੰਧ ਦਾ ਸੂਬਾ ਸਿੰਧੋ ਸਿੰਧੀ ਪੜ੍ਹਾਉਂਦੇ ਆ ਬੱਚੇ ਨੂੰ। ਆਪਣਾ ਪਠਾਨ ਜਿਹੜਾ ਪਸ਼ਤੋ ਪੜ੍ਹਾਉਂਦੇ ਆ, ਬਲੋਚ ਪੜ੍ਹਾਉਂਦੇ ਆ। ਉੱਥੇ ਬਲੋਚਿਸਤਾਨ ਦੇ ਵਿੱਚ ਵਾਹਦ ਪੰਜਾਬ ਨੂੰ ਕੋਈ ਮਸਲਾ ਹੋਇਆ ਜਿੱਥੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਤਾਂ ਸਾਡੀ ਇਸ ਚੈਨਲ ਰਾਹੀਂ ਬੇਨਤੀ ਵੀ ਆ ਆਪਣਾ ਸਰਕਾਰ ਅੱਗੇ ਕਿ ਇਹਦੇ ਤੇ ਗੌਰ ਕੀਤਾ ਜਾਵੇ, ਇਸ ਮਾਂ ਬੋਲੀ ਪੰਜਾਬੀ ਨੂੰ ਬਚਾਇਆ ਜਾਵੇ। ਦੇਖੋ ਜੀ, ਪੰਜਾਬੀ ਅਸੀਂ ਤਾਂ ਹੀ ਆ ਜੇ ਪੰਜਾਬੀ ਬੋਲਣੀ ਆਉਂਦੀ ਆ ਜਾਂ ਲਿਖਣੀ ਆਉਂਦੀ ਆ। ਜੇ ਸਾਨੂੰ ਪੰਜਾਬੀ ਬੋਲਣੀ ਆਉਂਦੀ ਆ, ਜੇ ਕੋਈ ਲਿਖ ਕੇ ਅੱਗੇ ਕਰ ਦੇਵੇ, ਸਾਨੂੰ ਪੜ੍ਹਨੀ ਨਹੀਂ ਆਉਂਦੀ, ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਕੋਲ। ਬਹੁਤ ਸ਼ੁਕਰੀਆ ਜਨਾਬ। ਅੱਜ ਦਾ ਵੇਲਾ, ਅੱਜ ਦਾ ਸਮਾਂ ਜਨਾਬ ਜਿਹੜਾ ਜਾ ਰਿਹਾ, ਬਜ਼ੁਰਗਾਂ ਨੇ ਸਾਨੂੰ ਦੱਸਿਆ, ਇਹਨਾਂ ਦੀ ਮਿਹਰਬਾਨੀ। ਇਹਨਾਂ ਨੇ ਸਾਨੂੰ ਪਿਛਲੀਆਂ ਗੱਲਾਂ ਵੀ ਸੁਣਾਈਆਂ, ਯਾਦਦਾਸ਼ਤ ਤਾਜ਼ਾ ਹੋ ਗਈ। ਪਿਛਲੀਆਂ ਯਾਦਾਂ ਤਾਜ਼ਾ ਰਹਿਣੀਆਂ ਚਾਹੀਦੀਆਂ। ਸਿਆਣੇ ਕਹਿੰਦੇ ਆ ਯਾਦ ਆ ਤੇ ਆਬਾਦ ਆ, ਨਹੀਂ ਤੇ ਬਰਬਾਦ ਆ। ਤੇ ਬਰਬਾਦ ਨਹੀਂ ਹੋਣਾ ਚਾਹੀਦਾ। ਮਾਲਕ ਤੁਹਾਨੂੰ ਵੀ ਆਬਾਦ ਰੱਖੇ, ਸਾਨੂੰ ਵੀ, ਸਾਰਿਆਂ ਨੂੰ। ਚੱਲਦੇ ਰਹਿਣ, ਸਾਰਾ ਕੁਝ ਸਿਲਸਿਲੇ ਚੱਲਦੇ ਰਹਿਣੇ ਆ, ਲੇਕਿਨ ਆਪਣੀ ਬੋਲੀ ਨੂੰ, ਆਪਣੀ ਰਹਿਤਲ ਬਹਿਤਲ ਨੂੰ, ਆਪਣੀ ਸਕਾਫਤ ਨੂੰ ਭੁਲਾਉਣਾ ਨਹੀਂ ਚਾਹੀਦਾ। ਬਹੁਤ ਸ਼ੁਕਰੀਆ। ਇਜਾਜ਼ਤ ਚਾਹੁੰਦੇ ਆ। ਅੱਲਾ ਹਾਫਿਜ਼।